ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਇਸ ਦੇ ਬੁਲੇਟਿਨ ਦੇ ਵਿੱਚ ਸ਼ੁਰੂਆਤ ਕਰਾਂਗੇ ਖਬਰਾਂ ਦੀ ਹੈਡਲਾਈਨਸ ਦੇ ਨਾਲ। WHO ਨੇ ਦਿੱਤੀ ਜਾਣਕਾਰੀ, ਕੋਵਿਡ-19 ਕਰਕੇ ਗੰਭੀਰ ਹਾਲਤ ਵਿੱਚ ਮਰੀਜ਼ਾਂ ਨੂੰ ਠੀਕ ਕਰਨ ਦੇ ਲਈ ਇੱਕ ਦਵਾਈ ਨਾਲ ਮਿਲੀ ਕਾਮਯਾਬੀ। ਇੰਗਲੈਂਡ ਨੂੰ ਦਿੱਤੀ ਵਧਾਈ, ਦਵਾਂਗੇ ਹੋਰ ਜਾਣਕਾਰੀ। ਕੈਨੇਡਾ ਅਮਰੀਕਾ ਬਾਰਡਰ ਬੰਦ ਕਰਨ ਲਈ 30 ਹੋਰ ਦਿਨ ਦਾ ਵਾਅਦਾ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ ਐਲਾਨ। ਆਇਲਸ ਦੇ ਲਈ ਕਈ ਦੇਸ਼ਾਂ ਵਿੱਚ ਬੰਦ ਕੀਤੇ ਗਏ ਟੈਸਟ ਮੁੜ ਖੁੱਲੇ ਤੇ ਟੈਸਟ ਦੀਆਂ ਹੋਰ ਜ਼ਿਆਦਾ ਤਰੀਕਾਂ ਦੇਣੀਆਂ ਕੀਤੀਆਂ ਗਈਆਂ ਸ਼ੁਰੂ। ਈਰਾਨ ਵਿੱਚ ਜਹਾਜ਼ ਕ੍ਰੈਸ਼ ਦੌਰਾਨ ਹੋਈਆਂ ਮੌਤਾਂ ਦਾ ਮਾਮਲਾ, ਕੈਨੇਡਾ ਵਿੱਚ ਬੈਠੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਲਾਏ ਇਲਜ਼ਾਮ। ਈਰਾਨ ਦੇ ਅਧਿਕਾਰੀਆਂ ਨੇ ਲਾਸ਼ਾਂ ਤੋਂ ਗਹਿਣੇ, ਉਹਨਾਂ ਦੇ ਪਾਸਪੋਰਟ ਤੇ ਹੋਰ ਸਮਾਨ ਲੁੱਟਿਆ। BC ਵਿੱਚ ਇੱਕ ਮਹੀਨੇ ਦੌਰਾਨ ਕੈਨੇਡੀਅਨ ਰੇਲਵੇ ਦੇ ਦੂਜੇ ਕਾਮੇ ਦੀ ਮੌਤ। ਸਰੀ ਦੇ ਸਕੂਲਾਂ ਵਿੱਚ ਚੋਰੀ ਦੇ ਵਾਪਰੇ ਕੁਝ ਦਿਨ 'ਚ 20 ਮਾਮਲੇ, ਪੁਲਿਸ ਨੇ 3 ਘਰਾਂ 'ਚੋਂ ਛਾਪੇਮਾਰੀ ਦੌਰਾਨ ਬਰਾਮਦ ਕੀਤਾ ਸਮਾਨ। ਐਬਸਫੋਰਡ ਵਿੱਚ ਮੌਕਸੀਜ਼ ਗ੍ਰਿਲ ਬਾਰ ਰੈਸਟੋਰੈਂਟ ਨੂੰ ਪੱਕੇ ਤੌਰ ਤੇ ਕੀਤਾ ਜਾ ਰਿਹਾ ਹੈ ਬੰਦ, ਦਵਾਂਗੇ ਇਸ ਦੇ ਉੱਤੇ ਹੋਰ ਜਾਣਕਾਰੀ। ਦਿਖਾਵਾਂਗੇ ਕੈਨੇਡਾ ਭਰ ਵਿੱਚ ਹਰ ਸੂਬੇ ਤੋਂ ਕਿੰਨੇ ਰਹਿ ਗਏ ਨੇ ਕੋਵਿਡ-19 ਦੇ ਐਕਟਿਵ ਕੇਸ। ਇਸ ਤਰ੍ਹਾਂ ਹੁਣ ਸ਼ੁਰੂਆਤ ਕਰਦੇ ਹਾਂ, ਜਿਸ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ WHO ਨੇ ਹੁਣੇ ਤਾਜ਼ਾ ਜਾਣਕਾਰੀ ਕੁਝ ਦਿਨ ਪਹਿਲਾਂ ਜਾਰੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇੰਗਲੈਂਡ ਨੂੰ ਵਧਾਈ ਦਿੱਤੀ ਗਈ ਹੈ। ਦਰਅਸਲ ਇੰਗਲੈਂਡ ਦੇ ਵਿੱਚ ਇੱਕ ਦਵਾਈ ਨੂੰ ਲੈ ਕੇ ਕੋਵਿਡ-19 ਦੇ ਖਿਲਾਫ ਲੜਨ ਵਾਸਤੇ ਕੁਝ ਹੱਦ ਤੱਕ ਕਾਮਯਾਬੀ ਹਾਸਲ ਕੀਤੀ ਗਈ ਹੈ। ਜਿਹੜੇ ਮਰੀਜ਼ਾਂ ਦੀ ਹਾਲਤ ਕਾਫੀ ਗੰਭੀਰ ਹੁੰਦੀ ਹੈ, ਉਹਨਾਂ ਦੀ ਹਾਲਤ ਵਿੱਚ ਸੁਧਾਰ ਵਾਸਤੇ ਉਹ ਦਵਾਈ ਕਾਫੀ ਫਾਇਦੇਮੰਦ ਸਾਬਤ ਹੋਈ ਹੈ, ਜਿਸ ਦੇ ਵਾਸਤੇ WHO ਨੇ ਜਾਣਕਾਰੀ ਦਿੱਤੀ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇੰਗਲੈਂਡ ਵੱਲੋਂ ਕੀਤੇ ਗਏ ਕਲੀਨਿਕਲ ਟ੍ਰਾਇਲ ਦੇ ਉੱਤੇ ਇੱਕ ਕਾਮਯਾਬੀ ਮਿਲਣ ਤੇ ਸਵਾਗਤ ਕੀਤਾ ਹੈ ਤੇ ਦੱਸਿਆ ਕਿ ਇੱਕ ਸਟੀਰੋਇਡ ਹੈ ਡੈਕਸਾਮੇਥਾਸੋਨ, ਜਿਸ ਦੇ ਲਈ ਕੋਵਿਡ-19 ਦੇ ਉਹਨਾਂ ਮਰੀਜ਼ਾਂ ਨੂੰ ਸਥਿਰ ਕਰਨ ਦੇ ਵਿੱਚ ਕਾਮਯਾਬੀ ਮਿਲੀ ਹੈ ਜੋ ਵੈਂਟੀਲੇਟਰ ਤੇ ਸਨ। 1/3 ਤੱਕ ਹਾਲਤ ਨੂੰ ਠੀਕ ਕਰਨ 'ਚ ਇਹ ਸਹਾਇਕ ਸਾਬਤ ਹੋਇਆ ਹੈ। ਜੋ ਮਰੀਜ਼ ਸਿਰਫ ਆਕਸੀਜਨ ਤੇ ਹੁੰਦੇ ਨੇ, ਉਹਨਾਂ ਵਿੱਚ 5ਵੇਂ ਹਿੱਸੇ ਤੱਕ ਇਸ ਦਾ ਸਹੀ ਕੰਮ ਦਿਖਾਈ ਦਿੱਤਾ ਹੈ। ਜੋ ਮਰੀਜ਼ ਆਮ ਹੁੰਦੇ ਨੇ ਕਿ ਕੋਵਿਡ-19 ਦੇ ਲੱਛਣ ਮੌਜੂਦ ਹੁੰਦੇ ਨੇ ਪਰ ਜ਼ਿਆਦਾ ਉਹਨਾਂ ਦੀ ਹਾਲਤ ਖਰਾਬ ਨਹੀਂ ਹੁੰਦੀ, ਉਹਨਾਂ ਦੇ ਵਿੱਚ ਇਸ ਦਾ ਕੋਈ ਜ਼ਿਆਦਾ ਸੁਧਾਰ ਨਹੀਂ ਦਿਖਾਈ ਦਿੱਤਾ ਇਸ ਦਵਾਈ ਦੇ ਨਾਲ। WHO ਨੇ ਪੁਸ਼ਟੀ ਕੀਤੀ ਹੈ ਕਿ ਇਸ ਦਾ ਫਾਇਦਾ ਸਿਰਫ ਉਹਨਾਂ ਦੇ ਵਿੱਚ ਹੀ ਦਿਖਾਈ ਦਿੱਤਾ ਹੈ ਜਿਨ੍ਹਾਂ ਮਰੀਜ਼ਾਂ ਦੀ ਹਾਲਤ ਨੂੰ ਜ਼ਿਆਦਾ ਗੰਭੀਰ ਪਾਇਆ ਗਿਆ। WHO ਤੋਂ ਡਾਇਰੈਕਟਰ ਜਨਰਲ ਦਾ ਕਹਿਣਾ ਹੈ ਕਿ ਉਹ UK ਸਰਕਾਰ ਨੂੰ ਵਧਾਈ ਦੇਣਾ ਚਾਹੁੰਦੇ ਨੇ। ਇਸ ਦੇ ਨਾਲ ਹੀ ਯੂਨੀਵਰਸਿਟੀ ਆਫ ਆਕਸਫੋਰਡ ਤੇ ਨਾਲ ਹੀ ਕਈ ਹਸਪਤਾਲਾਂ ਤੇ ਮਰੀਜ਼ਾਂ ਦਾ ਧੰਨਵਾਦ ਕਰਨਾ ਚਾਹੁੰਦੇ ਨੇ ਜਿਨ੍ਹਾਂ ਨੇ ਟ੍ਰਾਇਲ ਕੀਤੇ। ਡੈਕਸਾਮੇਥਾਸੋਨ ਬਾਰੇ ਦੱਸਦੇ ਹੋਏ ਉਹਨਾਂ ਕਿਹਾ ਕਿ ਇਹ ਇੱਕ ਸਟੀਰੋਇਡ ਹੈ ਜਿਸ ਦੀ ਵਰਤੋਂ 1960 ਤੋਂ ਹੁੰਦੀ ਆ ਰਹੀ ਹੈ। ਜਲਣ ਹੋਣ ਨਾਲ ਸੰਬੰਧਿਤ ਬਿਮਾਰੀਆਂ ਜਾਂ ਕਈ ਤਰ੍ਹਾਂ ਦੇ ਕੈਂਸਰ ਹੋਣ ਤੇ ਮਰੀਜ਼ਾਂ ਨੂੰ ਇਹ ਦਵਾਈ ਦਿੱਤੀ ਜਾਂਦੀ ਹੈ। ਇਹ ਪਹਿਲਾਂ ਹੀ ਸਾਲ 1977 ਤੋਂ WHO ਦੇ ਜ਼ਰੂਰੀ ਦਵਾਈਆਂ ਦੀ ਸੂਚੀ ਦੇ ਵਿੱਚ ਸ਼ਾਮਲ ਹੈ ਤੇ ਜ਼ਿਆਦਾ ਮਹਿੰਗੀ ਵੀ ਨਹੀਂ ਹੈ ਤੇ ਕਈ ਦੇਸ਼ਾਂ ਵਿੱਚ ਆਮ ਹੀ ਮਿਲ ਜਾਂਦੀ ਹੈ। ਜਾਣਕਾਰੀ ਇਹ ਵੀ ਦਿੱਤੀ ਗਈ ਹੈ ਕਿ ਸ਼ੁਰੂਆਤੀ ਟ੍ਰਾਇਲ ਵਿੱਚ ਇਸ ਦੇ ਚੰਗੇ ਨਤੀਜੇ ਸਾਹਮਣੇ ਆਏ ਨੇ ਤੇ ਆਉਂਦੇ ਸਮੇਂ ਵਿੱਚ ਉਹ ਇਸ ਦੇ ਉੱਤੇ ਹੋਰ ਜਾਣਕਾਰੀ ਵੀ ਜਾਰੀ ਕਰਨਗੇ। ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਇਸ ਸਮੇਂ ਆਇਲਸ ਦੇ ਟੈਸਟ ਬੁੱਕ ਵੀ ਕਰਵਾਏ ਜਾ ਰਹੇ ਸਨ ਤੇ ਨਾਲ ਹੀ ਤਰੀਕਾਂ ਸੀ ਬਹੁਤ ਘੱਟ ਸਨ ਤੇ ਕਾਫੀ ਦੇਸ਼ਾਂ ਦੇ ਵਿੱਚ ਤਾਂ ਹਜੇ ਟੈਸਟ ਖੁੱਲ੍ਹੇ ਵੀ ਨਹੀਂ ਸਨ, ਪਰ ਜੂਨ 15 ਤੋਂ ਇਹਨਾਂ ਟੈਸਟ ਦੀਆਂ ਤਰੀਕਾਂ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਗਿਆ ਹੈ ਤੇ ਨਾਲ ਹੀ ਟੈਸਟ ਖੋਲ੍ਹ ਵੀ ਦਿੱਤੇ ਗਏ ਨੇ। ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਜਿਨ੍ਹਾਂ ਨੇ ਵੀ ਕੈਨੇਡਾ ਦੀ PR ਦੇ ਵਾਸਤੇ ਅਪਲਾਈ ਕਰਨਾ ਹੈ, PNP ਲਾਉਣੀ ਹੈ ਜਾਂ ਫਿਰ ਹੋਰ ਜਿਹੜੇ ਵੀ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਾਸਤੇ ਅਪਲਾਈ ਕਰਨਾ ਹੈ ਜਿਨ੍ਹਾਂ ਵਿੱਚ ਆਇਲਸ ਜਾਂ ਫਿਰ CELPIP ਇਸ ਵਿੱਚ ਜ਼ਰੂਰੀ ਸਨ, ਉਹਨਾਂ ਦੇ ਵਾਸਤੇ ਦਿੱਕਤ ਆ ਰਹੀ ਸੀ ਕਿ ਉਹਨਾਂ ਨੂੰ ਤਰੀਕਾਂ ਨਹੀਂ ਸੀ ਮਿਲ ਰਹੀਆਂ ਜਾਂ ਫਿਰ ਬਹੁਤ ਘੱਟ ਟੈਸਟ ਹੋ ਰਹੇ ਸਨ। ਪਰ ਇਸ ਦੇ ਬਾਰੇ ਹੁਣ ਐਲਾਨ ਹੋ ਗਿਆ ਕਿ ਇਹ ਟੈਸਟ ਖੋਲ੍ਹ ਦਿੱਤੇ ਗਏ ਨੇ, ਜਿਸ ਦੇ ਲਈ ਹੋਰ ਜ਼ਿਆਦਾ ਤਰੀਕਾਂ ਵੀ ਖੋਲ੍ਹ ਦਿੱਤੀਆਂ ਗਈਆਂ ਨੇ। ਇਸ ਦੌਰਾਨ ਹੁਣ ਜਿਨ੍ਹਾਂ ਨੇ ਵੀ ਆਇਲਸ ਦਾ ਟੈਸਟ ਦੇਣਾ ਹੋਵੇ ਉਹਨਾਂ ਦੇ ਵੱਲੋਂ ਦੇਖਿਆ ਜਾ ਸਕਦਾ ਹੈ ਕਿ ਵੱਖੋ ਵੱਖਰੇ ਦੇਸ਼ਾਂ ਦੇ ਵਿੱਚ ਹੁਣ ਤੱਕ 72 ਦੇਸ਼ਾਂ ਦੇ ਵਿੱਚ ਇਸ ਨੂੰ ਖੋਲ੍ਹ ਦਿੱਤਾ ਗਿਆ ਹੈ, ਜੋ ਕਿ ਹੁਣ ਤੱਕ ਬਹੁਤ ਘੱਟ ਦੇਸ਼ਾਂ ਦੇ ਵਿੱਚ ਖੋਲ੍ਹਿਆ ਗਿਆ ਸੀ ਤੇ ਬਹੁਤ ਘੱਟ ਤਰੀਕਾਂ ਇਸ ਦੇ ਲਈ ਮੌਜੂਦ ਸਨ। ਹੁਣ 15 ਜੂਨ ਤੋਂ ਇਸ ਦੇ ਵਿੱਚ ਹੋਰ ਜ਼ਿਆਦਾ ਟੈਸਟ ਵਾਲੀਆਂ ਥਾਵਾਂ ਨੂੰ ਜੋੜ ਦਿੱਤਾ ਗਿਆ ਹੈ, ਜਿਸ ਨਾਲ ਹੁਣ ਆਪਣੇ ਟੈਸਟ ਬੁੱਕ ਛੇਤੀ ਨਾਲ ਕਰਵਾਏ ਜਾ ਸਕਦੇ ਨੇ। ਤੇ ਇਸ ਸੰਬੰਧੀ ਜਾਣਕਾਰੀ ਜਦੋਂ ਸਾਂਝੀ ਕੀਤੀ ਗਈ ਹੈ ਤਾਂ ਉਸ ਦੇ ਵਿੱਚ ਤੁਹਾਨੂੰ ਇਹ ਵੀ ਦੱਸ ਦਈਏ ਕਿ ਵੱਖੋ ਵੱਖਰੇ ਦੇਸ਼ਾਂ ਦੇ ਵਿੱਚ ਆਇਲਸ ਦੇ ਟੈਸਟ ਨੇ ਜੋ ਉਹਨਾਂ ਦੇ ਵਾਸਤੇ ਲੋਕਾਂ ਦੇ ਵੱਲੋਂ ਉਡੀਕ ਕੀਤੀ ਜਾ ਰਹੀ ਸੀ ਕਿ ਜ਼ਿਆਦਾਤਰ ਖੁੱਲ੍ਹ ਜਾਣ, ਕਿਉਂਕਿ ਹੁਣ ਤੱਕ ਜਿਹੜੇ ਤਰੀਕਾਂ ਮਿਲ ਰਹੀਆਂ ਸਨ ਉਹ ਸੀਮਤ ਸਨ, ਬਹੁਤ ਘੱਟ ਤਰੀਕਾਂ ਮਿਲ ਰਹੀਆਂ ਸੀ। ਪਰ ਹੁਣ
ਵੱਡੀ ਗਿਣਤੀ ਦੇ ਵਿੱਚ ਕਈ ਤਰੀਕਾ ਮੌਜੂਦ ਹਨ। ਵੱਖੋ ਵੱਖਰੇ ਦੇਸ਼ਾਂ ਦੇ ਵਿੱਚ ਇਸ ਟੈਸਟ ਨੂੰ ਹੁਣ ਸੁਖਾਲੇ ਤਰੀਕੇ ਨਾਲ ਦਿੱਤਾ ਜਾ ਸਕਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵਿੱਚ PR ਵਾਸਤੇ ਜਾਂ ਫਿਰ ਇੰਟਰਨੈਸ਼ਨਲ ਸਟੂਡੈਂਟ ਦੇ ਵਜੋਂ ਜਾਂ ਫਿਰ PNP ਦੇ ਵਾਸਤੇ ਜਾਂ ਫਿਰ ਵਰਕ ਪਰਮਿਟ ਦੇ ਵਾਸਤੇ ਜਦੋਂ ਵੀ ਕੋਈ ਫਾਈਲ ਲਾਉਣੀ ਹੈ ਕਿਸੇ ਨੇ ਤਾਂ ਉਹਨਾਂ ਨੂੰ ਲੋੜ ਪੈਂਦੀ ਹੈ ਕਿ ਆਇਲਸ ਦਾ ਸਕੋਰ ਉਹਨਾਂ ਦਾ ਦੇਖਿਆ ਜਾਂਦਾ, ਉਸ ਦੇ ਵਿੱਚ ਜੋੜਿਆ ਜਾਂਦਾ ਹੈ ਤੇ ਉਹ ਇੱਕ ਅਹਿਮ ਕਦਮ ਹੁੰਦਾ ਫਾਈਲ ਲਾਉਣ ਦੀ ਪ੍ਰਕਿਰਿਆ ਦੇ ਵਿੱਚ ਜਿਸ ਨੂੰ ਪੂਰਾ ਕਰਨਾ ਹੁੰਦਾ ਹੈ। ਪਰ ਉਸ ਦੇ ਵਾਸਤੇ ਹੁਣ ਤੱਕ ਕਈਆਂ ਦੇ ਲਈ ਚੁਣੌਤੀ ਬਣੀ ਹੋਈ ਸੀ ਕਿ ਉਡੀਕ ਕਰਨੀ ਪੈ ਰਹੀ ਸੀ ਜ਼ਿਆਦਾ ਲੰਮਾ ਚਿਰ, ਪਰ ਹੁਣ ਵੱਖੋ ਵੱਖਰੇ ਦੇਸ਼ਾਂ ਵਿੱਚ ਇਸ ਨੂੰ ਹੋਰ ਜ਼ਿਆਦਾ ਖੋਲ੍ਹ ਦਿੱਤਾ ਗਿਆ ਹੈ। ਅਗਲੀ ਖਬਰ ਹੈ ਕਿ ਕੈਨੇਡਾ ਤੇ ਅਮਰੀਕਾ ਦੇ ਬਾਰਡਰ 30 ਹੋਰ ਦਿਨ ਦੇ ਵਾਸਤੇ ਬੰਦ ਰਹਿਣ ਵਾਲੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਐਲਾਨ ਕੀਤਾ ਹੈ, ਜਿਸ ਦੇ ਵਿੱਚ ਉਹਨਾਂ ਕਿਹਾ ਕਿ 21 ਜੁਲਾਈ ਤੱਕ ਹੋਰ ਸਮਾਂ ਮਿਆਦ ਨੂੰ ਵਧਾ ਦਿੱਤਾ ਗਿਆ ਹੈ, ਜਦੋਂ ਤੱਕ ਕੈਨੇਡਾ ਤੇ ਅਮਰੀਕਾ ਦੇ ਬਾਰਡਰ ਬੰਦ ਰਹਿਣਗੇ। ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਤੇ ਅਮਰੀਕਾ ਦਾ ਬਾਰਡਰ 30 ਹੋਰ ਦਿਨ ਦੇ ਵਾਸਤੇ ਉਸੇ ਤਰ੍ਹਾਂ ਬੰਦ ਰਹੇਗਾ ਜਿਸ ਤਰ੍ਹਾਂ ਇਸ ਸਮੇਂ ਚੱਲ ਰਿਹਾ ਹੈ। ਇਸ ਸੰਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਐਲਾਨ ਕੀਤਾ। ਹੁਣ ਤੱਕ ਕਿਆਸ ਲਾਏ ਜਾ ਰਹੇ ਸਨ ਕਿ ਆਉਂਦੇ ਐਤਵਾਰ ਨੂੰ ਜੋ ਪਹਿਲਾਂ ਐਲਾਨ ਕੀਤਾ ਹੋਇਆ ਸੀ ਉਸ ਦੀ ਮਿਆਦ ਖਤਮ ਹੋ ਰਹੀ ਹੈ, ਤਾਂ ਹੋ ਸਕਦਾ ਹੈ ਅੱਗੇ ਇਸ ਬੰਦ ਨੂੰ ਹੋਰ ਜਾਰੀ ਨਹੀਂ ਰੱਖਿਆ ਜਾਵੇਗਾ, ਕਿਉਂਕਿ ਕੈਨੇਡਾ ਭਰ ਵਿੱਚ COVID-19 ਦੇ ਕੇਸਾਂ ਦੀ ਗਿਣਤੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘਟ ਗਈ ਹੈ ਤੇ ਹਾਲਾਤ ਪਹਿਲਾਂ ਨਾਲੋਂ ਕਾਫੀ ਸੁਧਰ ਰਹੇ ਨੇ। ਮੰਨਿਆ ਜਾ ਰਿਹਾ ਸੀ ਕਿ ਬਾਰਡਰ ਦੇ ਦੁਆਲੇ ਜਿਹੜੇ ਬਿਜ਼ਨਸ ਨੇ ਉਹਨਾਂ ਨੂੰ ਵੀ ਫਾਇਦਾ ਹੋਵੇਗਾ ਜੇਕਰ ਬਾਰਡਰ ਨੂੰ ਮੁੜ ਤੋਂ ਖੋਲ੍ਹ ਦਿੱਤਾ ਜਾਂਦਾ ਹੈ, ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਜੁਲਾਈ 21 ਤੱਕ ਹੋਰ ਸਮਾਂ ਮਿਆਦ ਵਧਾ ਦਿੱਤੀ ਗਈ ਹੈ ਕਿ ਬਾਰਡਰ ਬੰਦ ਰਹਿਣਗੇ, ਪਰ ਜਿਹੜੇ ਜ਼ਰੂਰੀ ਕੰਮ ਨੇ ਜਿਵੇਂ ਸਪਲਾਈ ਚੇਨ ਹੈ ਉਹ ਜਾਰੀ ਰਹੇਗੀ ਤੇ ਨਾਲ ਹੀ ਜਿਹੜੇ ਪਰਿਵਾਰਕ ਮੈਂਬਰ ਨੇ ਨੇੜੇ ਦੇ ਉਹਨਾਂ ਨੂੰ ਇਜਾਜ਼ਤ ਦਿੱਤੀ ਗਈ ਹੈ ਕੈਨੇਡਾ ਵਿੱਚ ਆਉਣ ਦੇ ਵਾਸਤੇ, ਉਹ ਆ ਸਕਦੇ ਨੇ ਤੇ ਜਦੋਂ ਉਹ ਕੈਨੇਡਾ ਆਉਣਗੇ ਤਾਂ 14 ਦਿਨ ਵਾਸਤੇ ਉਹਨਾਂ ਨੂੰ ਵੱਖਰੇ ਤੌਰ ਦੇ ਉੱਤੇ ਰਹਿਣਾ ਪਵੇਗਾ, ਜਿਸ ਤੋਂ ਬਾਅਦ ਆਪਣੇ ਪਰਿਵਾਰ ਦੇ ਨਾਲ ਰਹਿ ਸਕਦੇ ਨੇ। ਇਸੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਜੋ ਬਾਰਡਰ ਦੇ ਦੁਆਲੇ ਬਿਜ਼ਨਸ ਨੇ ਉਹਨਾਂ ਵੱਲੋਂ ਆਵਾਜ਼ ਚੁੱਕੀ ਜਾ ਰਹੀ ਸੀ ਕਿ ਉਹਨਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ, ਜੋ ਬਾਰਡਰ ਕੋਲ ਆਵਾਜਾਈ ਤੇ ਹੀ ਨਿਰਭਰ ਕਰਦੇ ਨੇ, ਉਹਨਾਂ ਦੇ ਆਰਥਿਕਤਾ ਨੂੰ ਲੈ ਕੇ ਕਾਫੀ ਜ਼ਿਆਦਾ ਨੁਕਸਾਨ ਹੋਣ ਦੇ ਜੋ ਵੱਖੋ ਵੱਖਰੇ ਬਿਆਨ ਸਾਹਮਣੇ ਆਏ। ਇਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਹੋ ਸਕਦਾ ਹੈ ਕਿ ਹਦਾਇਤਾਂ ਨੂੰ ਥੋੜਾ ਢਿੱਲਾ ਕਰ ਦਿੱਤਾ ਜਾਵੇ, ਪਰ ਫਿਲਹਾਲ 21 ਜੁਲਾਈ ਤੱਕ ਇਸੇ ਤਰ੍ਹਾਂ ਰਹੇਗਾ। ਇਸ ਨਾਲ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਕੁਝ ਅਖਬਾਰਾਂ ਦੇ ਵੱਲੋਂ ਕੈਨੇਡਾ ਦੇ ਵਿੱਚ ਉਹਨਾਂ ਪਰਿਵਾਰਾਂ ਤੋਂ ਜਾਣਕਾਰੀ ਇਕੱਠੀ ਕੀਤੀ ਗਈ ਹੈ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਈਰਾਨ ਦੇ ਵਿੱਚ ਹੋਏ ਜਹਾਜ਼ ਹਾਦਸੇ ਦੇ ਵਿੱਚ ਜਾਨ ਗਵਾ ਬੈਠੇ ਤੇ ਉਸ ਤੋਂ ਬਾਅਦ ਉਹਨਾਂ ਦੀਆਂ ਦੇਹਾਂ ਨੂੰ ਕੈਨੇਡਾ ਭੇਜਿਆ ਗਿਆ ਤੇ ਕੈਨੇਡਾ ਵਿੱਚ ਉਹਨਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਖੁਲਾਸੇ ਕੀਤੇ ਨੇ ਕਿ ਈਰਾਨ ਦੇ ਅਧਿਕਾਰੀਆਂ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਸਮਾਨ ਚੋਰੀ ਕੀਤਾ ਹੈ, ਜਿਸ ਦੇ ਵਿੱਚ ਉਹਨਾਂ ਦੇ ਗਹਿਣੇ, ਪੈਸੇ ਜਾਂ ਫਿਰ ਪਾਸਪੋਰਟ ਤੇ ਹੋਰ ਕੀਮਤੀ ਸਮਾਨ ਜੋ ਉਹਨਾਂ ਦਾ ਮੌਜੂਦ ਸੀ ਉਹ ਚੋਰੀ ਕੀਤਾ ਹੈ। ਇੱਥੋਂ ਤੱਕ ਕਿ ਜਿਹੜੇ ਮ੍ਰਿਤਕਾਂ ਨੇ ਗਹਿਣੇ ਪਾਏ ਹੋਏ ਸਨ ਉਹਨਾਂ ਦੇ ਦੇਹਾਂ ਤੋਂ ਗਹਿਣੇ ਉਤਾਰਨ ਦਾ ਜ਼ਿਕਰ ਇਸ ਦੇ ਵਿੱਚ ਕੀਤਾ ਗਿਆ, ਜਿਸ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਨੈਸ਼ਨਲ ਪੋਸਟ ਦੇ ਵੱਲੋਂ ਇਸ ਦੇ ਬਾਰੇ ਸਾਰੀ ਖਬਰ ਛਾਪੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਉਹਨਾਂ ਪਰਿਵਾਰਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਉਹ ਇਰਾਨੀਅਨ ਅਧਿਕਾਰੀਆਂ ਦੇ ਬਾਰੇ ਅਜਿਹੀ ਜਾਣਕਾਰੀ ਨੂੰ ਜਨਤਕ ਕਰ ਚੁੱਕੇ ਸਨ ਤਾਂ ਉਦੋਂ ਉਹਨਾਂ ਨੂੰ ਇਰਾਨੀਅਨ ਅਧਿਕਾਰੀਆਂ ਦੇ ਫੋਨ ਵੀ ਆਏ, ਜਿਸ ਦੇ ਵਿੱਚ ਉਹਨਾਂ ਕਿਹਾ ਕਿ ਉਹ ਉਹਨਾਂ ਦੇ ਜੋ ਫੌਜੀ ਨੇ, ਜੋ ਅਧਿਕਾਰੀ ਨੇ, ਜੋ ਉਸ ਸਮੇਂ ਰੈਸਕਿਊ ਆਪਰੇਸ਼ਨ ਦੇ ਵਿੱਚ ਲੱਗੇ ਹੋਏ ਸਨ ਉਹਨਾਂ ਨੂੰ ਬਦਨਾਮ ਨਾ ਕਰਨ। ਤੇ ਇਸ ਦੇ ਉੱਤੇ ਹੁਣ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ, ਕਿਉਂਕਿ ਜਦੋਂ ਇਹ ਹਾਦਸਾ ਵਾਪਰਿਆ ਸੀ ਉਦੋਂ ਕਿਹਾ ਗਿਆ ਸੀ ਕਿ ਈਰਾਨ ਵਿੱਚ ਗਲਤੀ ਨਾਲ ਉਹਨਾਂ ਤੋਂ ਮਿਜ਼ਾਈਲ ਉਸ ਜਹਾਜ਼ ਤੇ ਚੱਲ ਪਈ, ਜਿਸ ਤੋਂ ਬਾਅਦ ਜਹਾਜ਼ ਕ੍ਰੈਸ਼ ਹੋ ਗਿਆ ਸੀ। ਯੂਕਰੇਨ ਏਅਰਲਾਈਨਸ ਦਾ ਉਹ ਜਹਾਜ਼ ਸੀ ਜਿਸ ਦੇ ਵਿੱਚ 63 ਕੈਨੇਡੀਅਨਸ ਦੀ ਮੌਤ ਹੋ ਗਈ ਸੀ ਤੇ ਉਸ ਦੇ ਉੱਤੇ ਹੋਰ ਜ਼ਿਆਦਾ ਜਾਂਚ ਅਜੇ ਵੀ ਚੱਲ ਰਹੀ ਹੈ, ਪਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਜੋ ਮ੍ਰਿਤਕਾਂ ਦੇ ਸਨ ਜੋ ਖੁਲਾਸੇ ਕੀਤੇ ਗਏ ਨੇ ਉਹ ਕਾਫੀ ਹੈਰਾਨੀਜਨਕ ਨੇ। ਅਗਲੀ ਖਬਰ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਕੈਨੇਡੀਅਨ ਨੈਸ਼ਨਲ ਰੇਲਵੇ ਦੇ ਇੱਕ ਹੋਰ ਕਾਮੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। 1 ਮਹੀਨੇ ਦੇ ਵਿੱਚ ਇਹ ਦੂਜਾ ਰੇਲਵੇ ਦੇ ਕਾਮੇ ਦੀ ਮੌਤ ਦਾ ਮਾਮਲਾ ਸਾਹਮਣੇ ਆ ਚੁੱਕਿਆ ਹੈ। ਕੈਨੇਡੀਅਨ ਨੈਸ਼ਨਲ ਰੇਲਵੇ ਦੇ ਇੱਕ ਹੋਰ ਕਾਮੇ ਦੀ ਮੌਤ ਹੋਣ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ 1 ਮਹੀਨੇ ਅੰਦਰ ਕੈਨੇਡੀਅਨ ਨੈਸ਼ਨਲ ਰੇਲਵੇ ਦੇ ਦੂਜੇ ਕਾਮੇ ਦੀ ਮੌਤ ਹੋਈ ਹੈ। ਜੋ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਉਸ ਦੇ ਵਿੱਚ ਮ੍ਰਿਤਕ ਦੀ ਉਮਰ ਕਰੀਬ 30 ਸਾਲ ਸੀ ਤੇ ਉਹ ਪ੍ਰਿੰਸ ਰੂਪਰਟ ਦੇ ਵਿੱਚ ਰੇਲ ਯਾਰਡ ਦੇ ਬਾਹਰ ਕੰਮ ਕਰ ਰਿਹਾ ਸੀ ਜਦੋਂ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਕੁਝ ਦੇਰ ਬਾਅਦ ਉਸਨੇ ਦਮ ਤੋੜ ਦਿੱਤਾ। ਜਿਸ ਕਾਮੇ ਦੀ ਹੁਣ ਮੌਤ ਹੋਈ ਹੈ ਉਹ ਰੇਲਵੇ ਨਾਲ 2018 ਤੋਂ ਕੰਮ ਕਰ ਰਿਹਾ ਸੀ। ਇਸ ਤੋਂ ਪਹਿਲਾਂ ਸਰੀ ਦੇ ਵਿੱਚ ਜਸ ਰਿਆੜ, ਜਿਸ ਦੀ ਉਮਰ 31 ਸਾਲ ਸੀ, ਉਸ ਦੀ ਮੌਤ ਹੋਈ ਸੀ, ਜੋ ਕਿ ਸਰੀ ਵਿੱਚ ਰੇਲ ਯਾਰਡ ਦੇ ਅੰਦਰ ਹੀ ਮੌਤ ਹੋਈ ਸੀ ਜਦੋਂ ਉਹ ਕੰਮ ਕਰ ਰਿਹਾ ਸੀ।
ਇਸ ਦੌਰਾਨ ਜਾਣਕਾਰੀ ਸਾਹਮਣੇ ਆਈ ਸੀ ਕਿ ਜਸ ਰਿਆੜ ਦੀ ਮੌਤ ਸਵਿਚਿੰਗ ਦੇ ਦੌਰਾਨ ਹੋਈ ਤੇ ਜੋ ਤਾਜ਼ਾ ਮਾਮਲਾ ਪ੍ਰਿੰਸ ਰੂਪਰਟ ਤੋਂ ਸਾਹਮਣੇ ਆਇਆ ਹੈ, ਉੱਥੇ ਵੀ ਕਾਮੇ ਦੀ ਮੌਤ ਸਵਿਚਿੰਗ ਕਰਦੇ ਹੋਏ ਹੀ ਹੋਈ ਦੱਸੀ ਗਈ ਹੈ, ਜਿਸ ਤੋਂ ਬਾਅਦ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਬਿਲਕੁਲ ਵੀ ਕਬੂਲਿਆ ਨਹੀਂ ਜਾਵੇਗਾ ਜੋ ਕਾਮੇ ਆਪਣੀ ਕੰਮ ਵਾਲੀ ਥਾਂ ਦੇ ਉੱਤੇ ਅਜਿਹੇ ਭਿਆਨਕ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਨੇ। ਇੱਥੇ ਜ਼ਿਕਰਯੋਗ ਹੈ ਕਿ 2.5 ਸਾਲ ਦੇ ਦਰਮਿਆਨ 12 ਰੇਲ ਲੋਡਰਸ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਫਿਲਹਾਲ ਜਿਸ ਦੀ ਇਸ ਸਮੇਂ ਮੌਤ ਦਾ ਮਾਮਲਾ ਸਾਹਮਣੇ ਆਇਆ, ਉਸ ਕਾਮੇ ਦੀ ਪਛਾਣ ਨੂੰ ਜਨਤਕ ਨਹੀਂ ਕੀਤਾ ਗਿਆ ਤੇ ਇਸ ਦੇ ਉੱਤੇ ਹੋਰ ਜਾਂਚ ਹੁਣ ਚੱਲ ਰਹੀ ਹੈ। ਅਗਲੀ ਖਬਰ ਹੈ ਜੋ ਸਰੀ RCMP ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਰੀ ਦੇ ਵਿੱਚ ਜਦੋਂ ਕੋਵਿਡ-19 ਦੇ ਕਰਕੇ ਸਕੂਲ ਬੰਦ ਪਏ ਸਨ, ਉਸ ਸਮੇਂ ਕਈ ਸਕੂਲਾਂ ਦੇ ਵਿੱਚ ਚੋਰੀ ਹੋਈ ਹੈ। ਚੋਰੀ ਹੋਣ ਦੇ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦੇਣ ਦੇ ਨਾਲ ਹੀ ਉਹਨਾਂ ਕਿਹਾ ਕਿ ਕੁਝ ਸਮੇਂ ਦੇ ਵਿੱਚ 20 ਚੋਰੀਆਂ ਹੋਈਆਂ ਨੇ, ਜਿਸ ਵਿੱਚ ਸਕੂਲਾਂ 'ਚੋਂ ਕਾਫੀ ਕੀਮਤੀ ਸਮਾਨ ਚੁੱਕਿਆ ਗਿਆ ਤੇ ਉਸ ਤੋਂ ਬਾਅਦ ਘਰਾਂ 'ਚ ਛਾਪੇਮਾਰੀ ਕੀਤੀ ਹੈ ਉਹਨਾਂ ਨੇ ਤੇ ਉਹ ਸਮਾਨ ਬਰਾਮਦ ਵੀ ਕੀਤਾ। ਕੋਵਿਡ-19 ਕਰਕੇ ਜਿੰਨਾ ਚਿਰ ਸਕੂਲ ਬੰਦ ਸਨ, ਉਨਾ ਸਮਾਂ ਪੁਲਿਸ ਨੂੰ ਸਕੂਲਾਂ ਦੇ ਵਿੱਚ ਚੋਰੀ ਹੋਣ ਦੇ ਕਈ ਮਾਮਲਿਆਂ ਦੇ ਬਾਰੇ ਪਤਾ ਲੱਗਿਆ। ਮਈ 1, 2020 ਤੋਂ ਲੈ ਕੇ ਜੂਨ 9, 2020 ਦੇ ਦਰਮਿਆਨ 20 ਵੱਖੋ-ਵੱਖਰੀਆਂ ਥਾਵਾਂ ਦੇ ਉੱਤੇ ਸਕੂਲਾਂ 'ਚ ਚੋਰੀ ਹੋਈ, ਜਿਸ ਦੀ ਜਾਂਚ ਸਰੀ RCMP ਪ੍ਰਾਪਰਟੀ ਕ੍ਰਾਈਮ ਟਾਰਗੇਟ ਟੀਮ ਨੇ ਜੂਨ 9, 2020 ਨੂੰ ਸ਼ੁਰੂ ਕੀਤੀ ਤੇ ਕਈ ਸਬੂਤ ਇਕੱਠੇ ਕਰਨ ਤੋਂ ਬਾਅਦ ਜੂਨ 11 ਨੂੰ ਉਹਨਾਂ ਨੇ ਵੱਖੋ-ਵੱਖਰੇ ਘਰਾਂ ਦੇ ਵਾਸਤੇ ਸਰਚ ਵਾਰੰਟ ਕੱਢੇ, ਜਿਸ ਦੇ ਵਿੱਚ 9500 ਬਲਾਕ 126 ਸਟਰੀਟ, 200 ਬਲਾਕ 146 ਸਟਰੀਟ, 4100 ਬਲਾਕ ਤੇ 83 ਐਵੇਨਿਊ ਇਹਨਾਂ ਥਾਵਾਂ ਦੇ ਉੱਤੇ ਘਰ ਮੌਜੂਦ ਸਨ, ਜਿੱਥੇ ਪੁਲਿਸ ਨੇ ਜਾਂਚ ਕੀਤੀ ਤੇ ਉਹਨਾਂ ਨੂੰ ਕਾਫੀ ਜ਼ਿਆਦਾ ਚੋਰੀ ਦਾ ਸਮਾਨ ਉਹਨਾਂ ਘਰਾਂ ਵਿੱਚੋਂ ਮਿਲਿਆ। ਸਰੀ RCMP ਪ੍ਰਾਪਰਟੀ ਕ੍ਰਾਈਮ ਟਾਰਗੇਟ ਟੀਮ ਦੇ ਨਾਲ ਇਸ ਜਾਂਚ ਦੇ ਦੌਰਾਨ ਗੈਂਗ ਇਨਫੋਰਸਮੈਂਟ ਟੀਮ, ਕਮਿਊਨਿਟੀ ਰਿਸਪੌਂਸ ਯੂਨਿਟ ਵੀ ਮੌਜੂਦ ਸਨ, ਜਿਨ੍ਹਾਂ ਨੇ ਜਦੋਂ ਘਰਾਂ ਵਿੱਚ ਜਾਂਚ ਕੀਤੀ ਤਾਂ ਉਹਨਾਂ ਨੂੰ ਕਈ ਗਿਣਤੀ ਦੇ ਵਿੱਚ ਕੰਪਿਊਟਰ ਮਿਲੇ, ਪ੍ਰੋਜੈਕਟਰ ਮਿਲੇ ਤੇ ਇਲੈਕਟ੍ਰੋਨਿਕ ਦਾ ਸਮਾਨ ਮਿਲਿਆ ਹੋਰ, ਜਿਸ ਦੇ ਵਿੱਚੋਂ ਕਾਫੀ ਸਮਾਨ ਸਕੂਲਾਂ ਦੇ ਵਿੱਚੋਂ ਚੋਰੀ ਕੀਤਾ ਗਿਆ ਸੀ। ਇਸ ਦੇ ਨਾਲ ਹੀ ਪੁਲਿਸ ਨੂੰ ਕਾਫੀ ਮਹਿੰਗੀਆਂ ਬਾਈਸਾਈਕਲਸ ਮਿਲੀਆਂ ਤੇ ਚਿੱਠੀਆਂ ਮਿਲੀਆਂ, ਕ੍ਰੈਡਿਟ ਕਾਰਡ ਮਿਲੇ ਚੋਰੀ ਦੇ ਤੇ ਨਾਲ ਹੀ $18,000 ਕੈਸ਼ ਵੀ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲਿਆ। ਜਿਸ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਉਹਨਾਂ ਨੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਵਿੱਚੋਂ 2 ਨੂੰ ਤਾਂ ਛੱਡ ਦਿੱਤਾ ਗਿਆ, ਅੱਗੇ ਉਸ ਦੇ ਉੱਤੇ ਜਾਂਚ ਹੋਰ ਸ਼ੁਰੂ ਕੀਤੀ ਗਈ ਹੈ ਤੇ ਤੀਜੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਰੱਖਿਆ ਕੁਝ ਦੇਰ ਵਾਸਤੇ। 38 ਸਾਲ ਉਸ ਦੀ ਉਮਰ ਦੱਸੀ ਗਈ ਹੈ। ਥਾਮਸ ਬੋਰਕ ਉਸ ਦਾ ਨਾਮ ਦੱਸਿਆ ਗਿਆ ਹੈ, ਜਿਸ ਦੀ ਪਛਾਣ ਨੂੰ ਜਨਤਕ ਕਰਦੇ ਹੋਏ ਪੁਲਿਸ ਨੇ ਕਿਹਾ ਕਿ ਉਸ ਦੇ ਉੱਤੇ ਮਾਮਲੇ ਵੀ ਦਰਜ ਕੀਤੇ ਗਏ ਨੇ ਸਕੂਲ 'ਚ ਚੋਰੀ ਕਰਨ ਦੇ ਤੇ ਹੋਰ ਥਾਵਾਂ ਦੇ ਉੱਤੇ ਚੋਰੀ ਕਰਨ ਦੇ, ਜਿਸ ਦੇ ਬਾਰੇ ਪੁਲਿਸ ਨੇ ਵੀ ਦੱਸਿਆ ਕਿ ਕੁਝ ਦੇਰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਕੁਝ ਸ਼ਰਤਾਂ ਦੇ ਉੱਤੇ ਛੱਡ ਵੀ ਦਿੱਤਾ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਦਾ ਸਮਾਨ ਚੋਰੀ ਹੋਇਆ ਸੀ ਤੇ ਜੋ ਸਮਾਨ ਮਿਲਿਆ ਉਸ ਦੇ ਵਿੱਚ ਉਸ ਦਾ ਸਮਾਨ ਮੌਜੂਦ ਹੈ ਤਾਂ ਉਸ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਤੇ ਨਾਲ ਹੀ ਕਿਹਾ ਕਿ ਸਕੂਲਾਂ ਵਿੱਚ ਜੋ ਚੋਰੀ ਦੀਆਂ ਘਟਨਾਵਾਂ ਵਾਪਰੀਆਂ ਉਸ ਦੇ ਨਾਲ ਅਧਿਆਪਕ ਤੇ ਸਕੂਲਾਂ ਦਾ ਸਟਾਫ ਵੀ ਪ੍ਰਭਾਵਿਤ ਹੋਇਆ ਤੇ ਇਸ ਦੇ ਬਾਰੇ ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਈ ਹੋਰ ਜਾਣਕਾਰੀ ਹੋਵੇ ਤਾਂ 604 5990 502 ਤੇ ਸੰਪਰਕ ਕੀਤਾ ਜਾ ਸਕਦਾ ਹੈ। ਕੋਵਿਡ-19 ਦੇ ਕਰਕੇ ਇਸ ਸਮੇਂ ਕਾਫੀ ਬਿਜ਼ਨਸ ਪ੍ਰਭਾਵਿਤ ਹੋ ਰਹੇ ਨੇ। ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਨੇ ਜੋ ਆਰਥਿਕਤਾ ਦੇ ਨਾਲ ਵੀ ਜੁੜੇ ਹੋਏ ਨੇ, ਜਿਸ ਦੇ ਕਰਕੇ ਕਈ ਬਿਜ਼ਨਸ ਲੋਕਾਂ ਨੂੰ ਬੰਦ ਵੀ ਕਰਨੇ ਪੈ ਰਹੇ ਨੇ ਤੇ ਇਸ ਦੀ ਇੱਕ ਹੋਰ ਉਦਾਹਰਣ ਸਾਹਮਣੇ ਆਈ ਹੈ ਐਬਸਫੋਰਡ ਤੋਂ, ਜਿੱਥੇ ਇੱਕ ਰੈਸਟੋਰੈਂਟ ਪੱਕੇ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ। ਕੋਵਿਡ-19 ਕਰਕੇ ਸਿਰਫ ਕੈਨੇਡਾ ਹੀ ਨਹੀਂ ਸਗੋਂ ਵੱਖੋ-ਵੱਖਰੇ ਦੇਸ਼ਾਂ ਦੇ ਵਿੱਚ ਕਈ ਵਪਾਰ ਅਜਿਹੇ ਨੇ ਜੋ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ। ਇਸ ਸਮੇਂ ਐਬਸਫੋਰਡ ਤੋਂ ਮੌਕਸਿਸ ਗ੍ਰਿਲ ਐਂਡ ਬਾਰ ਦੇ ਵੱਲੋਂ ਜੋ ਐਲਾਨ ਕੀਤਾ ਗਿਆ ਹੈ ਉਸ ਦੇ ਵਾਸਤੇ ਇਹ ਤਾਂ ਨਹੀਂ ਦੱਸਿਆ ਗਿਆ ਕਿ ਉਸ ਐਲਾਨ ਦੇ ਪਿੱਛੇ ਕੋਵਿਡ-19 ਹੀ ਕਾਰਨ ਹੈ, ਪਰ ਇਸ ਸਮੇਂ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਮੌਕਸਿਸ ਗ੍ਰਿਲ ਐਂਡ ਬਾਰ ਨੂੰ ਪੱਕੇ ਤੌਰ ਦੇ ਉੱਤੇ ਐਬਸਫੋਰਡ ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈ, ਜਿਸ ਦੇ ਬਾਰੇ ਉਹਨਾਂ ਨੇ ਸ਼ੁੱਕਰਵਾਰ ਨੂੰ ਫੇਸਬੁੱਕ ਪੇਜ ਦੇ ਉੱਤੇ ਇਸ ਦੇ ਬਾਰੇ ਐਲਾਨ ਕੀਤਾ ਸੀ, ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਜਿਨ੍ਹਾਂ ਨੇ ਵੀ ਉਹਨਾਂ ਨਾਲ ਹੁਣ ਤੱਕ ਕੰਮ ਕੀਤਾ ਤੇ ਜਿਹੜੇ ਵੀ ਉਹਨਾਂ ਦੇ ਗ੍ਰਾਹਕ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕੀਤਾ ਤੇ ਨਾਲ ਹੀ ਇਹ ਵੀ ਕਿਹਾ ਕਿ ਜਿਹੜੇ ਵੀ ਮੌਕਸਿਸ ਗ੍ਰਿਲ ਐਂਡ ਬਾਰ ਆਉਣਾ ਚਾਹੁੰਦੇ ਨੇ ਉਹ ਉਹਨਾਂ ਦੀ ਦੂਜੀ ਲੋਕੇਸ਼ਨ ਦੇ ਉੱਤੇ ਆ ਸਕਦੇ ਨੇ। ਇਸ ਸਮੇਂ ਇਹ ਰੈਸਟੋਰੈਂਟ 32760 ਸਾਈਮਨ ਐਵੇਨਿਊ ਦੇ ਉੱਤੇ ਮੌਜੂਦ ਸੀ, ਜਿਨ੍ਹਾਂ ਨੇ 2012 ਦੇ ਵਿੱਚ ਐਬਸਫੋਰਡ ਦੇ ਵਿੱਚ ਆਪਣਾ ਰੈਸਟੋਰੈਂਟ ਖੋਲ੍ਹਿਆ ਸੀ ਇੱਥੇ, ਪਰ ਇਸ ਨੂੰ ਹੁਣ 2020 ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਜੇਕਰ ਰੇਟਿੰਗ ਦੀ ਗੱਲ ਕਰਦੇ ਹਾਂ ਤਾਂ ਫੇਸਬੁੱਕ ਦੇ ਉੱਤੇ ਮੌਕਸਿਸ ਗ੍ਰਿਲ ਐਂਡ ਬਾਰ ਰੈਸਟੋਰੈਂਟ ਨੂੰ 5 ਵਿੱਚੋਂ 4.3 ਰੇਟਿੰਗ ਮਿਲੀ ਹੋਈ ਹੈ। ਇਹ ਵੀ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਐਬਸਫੋਰਡ ਦੇ ਵਿੱਚ ਉਹਨਾਂ ਨੇ ਆਪਣੀ ਲੋਕੇਸ਼ਨ ਬੰਦ ਕੀਤੀ ਹੈ ਤਾਂ ਉਹਨਾਂ ਦੀ ਇੱਕ ਨੇੜੇ ਹੀ ਲੈਂਗਲੀ ਦੇ ਵਿੱਚ ਲੋਕੇਸ਼ਨ ਹੈ। ਜਿਹੜੇ ਵੀ ਗ੍ਰਾਹਕ ਉਹਨਾਂ ਦੇ
ਰੈਸਟੋਰੈਂਟ ਨੂੰ ਪਸੰਦ ਕਰਦੇ ਨੇ ਤੇ ਉਹਨਾਂ ਦੇ ਕੋਲ ਆਉਣਾ ਚਾਹੁੰਦੇ ਨੇ ਤਾਂ ਉਹ ਲੈਂਗਲੀ ਵਿੱਚ ਉਹਨਾਂ ਦੀ ਲੋਕੇਸ਼ਨ ਤੇ ਆ ਸਕਦੇ ਨੇ। ਹਜੇ ਤੱਕ ਰੈਸਟੋਰੈਂਟ ਦੇ ਵੱਲੋਂ ਸਾਫ਼ ਤੌਰ ਤੇ ਨਹੀਂ ਦੱਸਿਆ ਗਿਆ ਕਿ ਆਖਿਰ ਕੀ ਕਾਰਨ ਰਿਹਾ ਕਿ ਉਹਨਾਂ ਨੇ ਇਸ ਸਮੇਂ ਰੈਸਟੋਰੈਂਟ ਨੂੰ ਪੱਕੇ ਤੌਰ ਦੇ ਉੱਤੇ ਬੰਦ ਕਰਨ ਦਾ ਫੈਸਲਾ ਲਿਆ। ਇਸ ਤਰ੍ਹਾਂ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ, ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਸਵੇਰੇ ਜਾਣਕਾਰੀ ਦਿੱਤੀ ਹੈ ਕਿ CERB ਦੀ ਮਦਦ ਨੂੰ ਕੈਨੇਡੀਅਨਸ ਵਾਸਤੇ 8 ਹੋਰ ਹਫ਼ਤੇ ਵਾਸਤੇ ਵਧਾ ਦਿੱਤਾ ਜਾਵੇਗਾ। ਇਹ ਐਲਾਨ ਅੱਜ ਪ੍ਰਧਾਨ ਮੰਤਰੀ ਨੇ ਕੀਤਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਅੱਜ ਐਲਾਨ ਕੀਤਾ ਗਿਆ, ਉਸ ਦੇ ਵਿੱਚ ਅਹਿਮ ਇਹੋ ਸੀ ਕਿ 8 ਹੋਰ ਹਫ਼ਤੇ ਵਾਸਤੇ CERB ਦੀ ਮਦਦ ਨੂੰ ਵਧਾਇਆ ਜਾ ਰਿਹਾ ਹੈ। ਇਸ ਮਦਦ ਦੇ ਵਿੱਚ ਵਾਧਾ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਹ ਉਹਨਾਂ ਨੂੰ ਮਿਲਦੀ ਰਹੇਗੀ ਜਿਨ੍ਹਾਂ ਨੂੰ ਇਸ ਦੌਰਾਨ ਪੈਂਡੈਮਿਕ ਦੇ ਕਰਕੇ ਨੁਕਸਾਨ ਹੋਇਆ ਤੇ ਨੌਕਰੀਆਂ ਨਹੀਂ ਮਿਲ ਸਕੀਆਂ। ਇਸ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ 3 ਮਿਲੀਅਨ ਤੋਂ ਵੱਧ ਲੋਕ ਅਜਿਹੇ ਨੇ ਜਿਨ੍ਹਾਂ ਦਾ ਕੰਮ ਚਲਿਆ ਗਿਆ ਤੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਕੰਮ ਦੇਖ ਰਹੇ ਨੇ, ਪਰ ਇਸ ਸਮੇਂ ਜਿਹੜੀਆਂ ਨੌਕਰੀਆਂ ਮੌਜੂਦ ਨੇ ਉਹਨਾਂ ਦੀ ਗਿਣਤੀ ਉਹਨਾਂ ਲੋਕਾਂ ਦੇ ਨਾਲੋਂ ਘੱਟ ਹੈ ਜਿਹੜੇ ਕਿ ਇਸ ਸਮੇਂ ਨੌਕਰੀਆਂ ਦੀ ਭਾਲ ਕਰ ਰਹੇ ਨੇ। ਯਾਨੀ ਕਿ ਹਜੇ ਵੀ ਬਹੁਤ ਸਾਰੀ ਗਿਣਤੀ ਦੇ ਵਿੱਚ ਲੋਕ ਅਜਿਹੇ ਨੇ ਜਿਨ੍ਹਾਂ ਦੇ ਵਾਸਤੇ ਨੌਕਰੀਆਂ ਨਹੀਂ ਨੇ। ਇਹੋ ਕਾਰਨ ਹੈ ਕਿ ਬੇਰੁਜ਼ਗਾਰੀ ਦਰ ਵੀ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਤੋਂ ਬਾਅਦ ਸੂਬੇ ਤੇ ਫੈਡਰਲ ਸਰਕਾਰ ਵੱਖੋ ਵੱਖਰੇ ਫੈਸਲੇ ਲੈ ਰਹੀ ਹੈ, ਜਿਸ ਦੇ ਤਹਿਤ ਜੋ ਕੋਵਿਡ-19 ਦੇ ਦੌਰਾਨ ਹਾਲਾਤ ਬਣੇ ਉਸ ਦੇ ਵਿੱਚੋਂ ਉਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਜਦੋਂ ਤੱਕ ਉਸ ਤੋਂ ਉਭਰਿਆ ਨਹੀਂ ਜਾਂਦਾ ਉਦੋਂ ਤੱਕ ਇਹ ਮਦਦ ਦਿੱਤੇ ਜਾਣ ਦੀ ਗੱਲ ਹੁਣ ਕਹੀ ਗਈ ਹੈ। 8 ਹੋਰ ਹਫ਼ਤੇ ਵਾਸਤੇ ਇਸ ਮਦਦ ਨੂੰ ਵਧਾਉਣ ਦਾ ਐਲਾਨ ਕਰਦੇ ਹੋਏ ਨਾਲ ਇਹ ਵੀ ਕਿਹਾ ਗਿਆ ਕਿ ਜਿਹੜੇ ਵੀ ਵਿਅਕਤੀ CERB ਦੀ ਮਦਦ ਲੈ ਰਹੇ ਨੇ ਉਹ ਨਾਲ ਦੀ ਨਾਲ ਨੌਕਰੀਆਂ ਨੂੰ ਲੱਭਣ ਦੀ ਕੋਸ਼ਿਸ਼ ਵੀ ਕਰਨ। ਇੱਥੇ ਵੀ ਸਥਾਈ ਬਣਾਇਆ ਜਾਵੇਗਾ ਕਿ ਜੇਕਰ ਉਹਨਾਂ ਨੂੰ ਕੋਈ ਨੌਕਰੀ ਮਿਲ ਰਹੀ ਹੈ ਤਾਂ ਉਸ ਨੂੰ ਉਹ ਛੱਡ ਨਾ ਦੇਣ, ਸਗੋਂ ਉਸ ਨੌਕਰੀ ਨੂੰ ਲੈ ਲੈਣ ਤੇ ਇਸ ਦੇ ਵਿੱਚ ਹੋ ਸਕਦਾ ਕਿ ਅਜਿਹੇ ਹੋਰ ਫੈਸਲੇ ਲਏ ਜਾਣ ਜਿਸ ਦੇ ਵਿੱਚ ਯੋਗਤਾ ਹੈ ਜੋ ਉਸ ਦੇ ਵਿੱਚ ਕੋਈ ਬਦਲਾਅ ਕੀਤਾ ਜਾਵੇ ਤਾਂ ਕਿ ਹੋਰ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਲੋਕਾਂ ਦੇ ਵੱਲੋਂ ਮਦਦ ਲਈ ਜਾ ਰਹੀ ਹੈ ਉਹਨਾਂ ਤੱਕ ਉਸ ਮਦਦ ਨੂੰ ਪਹੁੰਚਾਉਣ ਦੇ ਨਾਲ ਇਹ ਵੀ ਸਥਾਈ ਬਣਾਇਆ ਜਾਵੇ ਕਿ ਜਿਨ੍ਹਾਂ ਵਿਅਕਤੀਆਂ ਦੇ ਕੋਲ ਯੋਗਤਾ ਨਹੀਂ ਹੈ ਉਹ CERB ਦੀ ਮਦਦ ਨਾ ਲੈਣ ਤੇ ਸਰਕਾਰ ਦੇ ਉੱਤੇ ਹੋਰ ਬੋਝ ਨਾ ਪਵੇ। ਤੇ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਖਾਸ ਇਹੋ ਐਲਾਨ ਕੀਤਾ ਗਿਆ। ਹੁਣ ਤੁਹਾਨੂੰ ਦਿਖਾਵਾਂਗੇ ਕਿ ਸੂਬਿਆਂ ਦੇ ਵਿੱਚ ਕੋਵਿਡ-19 ਨਾਲ ਸੰਬੰਧਿਤ ਕਿੰਨੇ ਕੁ ਐਕਟਿਵ ਕੇਸ ਰਹਿ ਗਏ ਨੇ। ਕੈਨੇਡਾ ਭਰ ਤੋਂ ਅੰਕੜੇ ਤੁਹਾਨੂੰ ਦਿਖਾਉਂਦੇ ਹਾਂ। ਐਲਬਰਟਾ ਵਿੱਚ ਹੁਣ ਤੱਕ ਐਕਟਿਵ ਕੇਸ ਕਰੀਬ 449 ਰਹਿ ਗਏ ਨੇ, 151 ਮੌਤਾਂ ਹੋ ਚੁੱਕੀਆਂ ਨੇ। ਬ੍ਰਿਟਿਸ਼ ਕੋਲੰਬੀਆ ਵਿੱਚ ਐਕਟਿਵ ਕੇਸ ਕਰੀਬ 172 ਰਹਿ ਗਏ ਨੇ ਤੇ 168 ਮੌਤਾਂ ਹੋ ਚੁੱਕੀਆਂ ਨੇ। ਮੈਨੀਟੋਬਾ ਵਿੱਚ 5 ਐਕਟਿਵ ਕੇਸ ਮੰਨੇ ਜਾ ਰਹੇ ਨੇ ਤੇ 7 ਮੌਤਾਂ ਹੋ ਚੁੱਕੀਆਂ ਨੇ। ਨਿਊ ਬ੍ਰੰਸਵਿਕ ਵਿੱਚ ਹੁਣ ਤੱਕ 30 ਐਕਟਿਵ ਕੇਸ ਰਹਿ ਗਏ ਦੱਸੇ ਗਏ ਨੇ ਤੇ 2 ਮੌਤਾਂ ਹੋ ਚੁੱਕੀਆਂ ਨੇ। ਨਿਊਫਾਊਂਡਲੈਂਡ ਵਿੱਚ 1 ਐਕਟਿਵ ਕੇਸ ਦੱਸਿਆ ਜਾ ਰਿਹਾ ਹੈ ਤੇ 3 ਮੌਤਾਂ ਹੋ ਚੁੱਕੀਆਂ ਨੇ। ਨੋਵਾ ਸਕੋਸ਼ੀਆ ਵਿੱਚ 2 ਐਕਟਿਵ ਕੇਸ ਦੱਸੇ ਜਾ ਰਹੇ ਨੇ ਤੇ 62 ਮੌਤਾਂ ਹੋ ਚੁੱਕੀਆਂ ਨੇ। ਓਨਟਾਰੀਓ ਵਿੱਚ ਕਰੀਬ 2528 ਐਕਟਿਵ ਕੇਸ ਦੱਸੇ ਜਾ ਰਹੇ ਨੇ ਤੇ 2595 ਮੌਤਾਂ ਹੋ ਚੁੱਕੀਆਂ ਨੇ। ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ 1 ਵੀ ਐਕਟਿਵ ਕੇਸ ਨਹੀਂ ਦੱਸਿਆ ਗਿਆ। ਕਿਊਬੈਕ ਵਿੱਚ 26,527 ਐਕਟਿਵ ਕੇਸ ਦੱਸੇ ਜਾ ਰਹੇ ਨੇ ਕਰੀਬ ਤੇ 5269 ਮੌਤਾਂ ਹੋ ਚੁੱਕੀਆਂ ਨੇ। ਸਸਕੈਚਵਨ ਦੇ ਵਿੱਚ ਕਰੀਬ 40 ਐਕਟਿਵ ਕੇਸ ਦੱਸੇ ਜਾ ਰਹੇ ਨੇ ਤੇ 13 ਮੌਤਾਂ ਹੋ ਚੁੱਕੀਆਂ ਨੇ। ਨਾਰਥ ਵੈਸਟ ਟੈਰੀਟਰੀਜ਼ ਦੇ ਵਿੱਚ ਕੋਈ ਵੀ ਹੁਣ ਤੱਕ ਇਸ ਸਮੇਂ ਐਕਟਿਵ ਕੇਸ ਨਹੀਂ ਦੱਸਿਆ ਜਾ ਰਿਹਾ ਤੇ ਯੂਕੋਨ ਤੋਂ ਵੀ ਇਸ ਸਮੇਂ ਕੋਈ ਵੀ ਐਕਟਿਵ ਕੇਸ ਨਹੀਂ ਦੱਸਿਆ ਗਿਆ। ਇੱਕ ਵਿਅਕਤੀ ਦੇ ਲਾਪਤਾ ਹੋਣ ਤੇ ਉਸ ਤੋਂ ਬਾਅਦ ਉਸ ਦੇ ਕਾਫੀ ਦਿਨ ਤੱਕ ਨਾ ਮਿਲਣ ਦੇ ਉੱਤੇ ਉਸ ਦੀ ਆਖਰੀ ਤੌਰ ਤੇ ਵੀਡੀਓ ਜਾਰੀ ਕਰਨ ਦੇ ਬਾਰੇ ਕੁਜਨਲ RCMP ਨੇ ਜਾਣਕਾਰੀ ਦਿੱਤੀ ਹੈ। ਤੁਹਾਨੂੰ ਦੱਸਦੇ ਹਾਂ ਕਿ ਆਖਿਰ ਕੌਣ ਸੀ ਉਹ ਵਿਅਕਤੀ ਤੇ ਉਸ ਦੀ ਕਿਹੜੀ ਵੀਡੀਓ ਜਾਰੀ ਕੀਤੀ ਗਈ ਹੈ। ਐਂਡਰਿਊ ਵਾਰਡ ਨਾਮਕ ਵਿਅਕਤੀ ਕਈ ਦਿਨ ਤੋਂ ਲਾਪਤਾ ਹੈ, ਜਿਸ ਨੂੰ ਲੱਭਣ ਵਾਸਤੇ ਪੁਲਿਸ ਨੇ ਮੁੜ ਤੋਂ ਮਦਦ ਦੇ ਲਈ ਅਪੀਲ ਕੀਤੀ ਹੈ, ਜਿਸ ਦੇ ਬਾਰੇ ਪੁਲਿਸ ਨੇ ਕਿਹਾ ਕਿ ਇੰਨਾ ਚਿਰ ਉਸ ਦਾ ਲਾਪਤਾ ਹੋਣਾ ਉਸ ਦੇ ਸੁਭਾਅ ਮੁਤਾਬਕ ਨਹੀਂ ਹੈ, ਜਿਸ ਨੂੰ ਕਿ ਕਾਫੀ ਜ਼ਿਆਦਾ ਸ਼ੱਕੀ ਵੀ ਮੰਨਿਆ ਜਾ ਰਿਹਾ ਹੈ ਕਿ ਆਖਿਰ ਉਹ ਕਿੱਥੇ ਹੈ, ਜਿਸ ਨੂੰ ਲੱਭਣ ਵਾਸਤੇ ਪੁਲਿਸ ਨੇ ਇੱਕ ਵੀਡੀਓ ਫੁਟੇਜ ਵੀ ਜਾਰੀ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਆਖਰੀ ਵਾਰ ਉਸ ਨੂੰ ਮਈ 9 ਨੂੰ ਸ਼ਾਮੀ 7:20 ਦੇ ਨੇੜੇ 4 ਮਾਈਲ ਸਟੋਰ ਐਂਡ ਕਾਫੀ ਸ਼ਾਪ ਦੇ ਉੱਤੇ ਦੇਖਿਆ ਗਿਆ ਸੀ, ਜੋ ਕਿ ਕੁਇਸਨਲ ਦੇ ਨਾਰਥ ਵਿੱਚ ਹੈ। ਬਾਰਕਰਵਿਲੇ ਹਾਈਵੇ ਦੇ ਉੱਤੇ ਹੀ ਮੌਜੂਦ ਹੈ, ਜਿੱਥੇ ਉਸ ਨੂੰ ਆਖਰੀ ਵਾਰ ਦੇਖਿਆ ਗਿਆ ਤੇ ਉੱਥੇ ਇੱਕ ਵਿਅਕਤੀ ਨਾਲ ਮੌਜੂਦ ਸੀ ਜਿਸ ਨੂੰ ਕਿ ਉਹ ਜਾਣਦਾ ਸੀ। ਇਸ ਵੀਡੀਓ ਫੁਟੇਜ ਨੂੰ ਜਾਰੀ ਕਰਦੇ ਹੋਏ ਪੁਲਿਸ ਨੇ ਕਿਹਾ ਕਿ ਇਸ ਥਾਂ ਦੇ ਉੱਤੇ ਉਸ ਨੂੰ ਆਖਰੀ ਵਾਰ ਦੇਖਿਆ ਗਿਆ ਹੈ, ਜਿਸ ਨੂੰ ਲੱਭਣ ਵਾਸਤੇ ਹੁਣ ਉਹਨਾਂ ਨੇ ਮਦਦ ਦੀ ਮੰਗ ਕੀਤੀ ਹੈ। ਜਦੋਂ ਉਹ ਇਸ ਕਾਫੀ ਸ਼ਾਪ ਤੋਂ ਬਾਹਰ ਗਿਆ ਤਾਂ ਉਹ ਗ੍ਰੇ ਰੰਗ ਦੀ ਜੀਪ ਦੇ ਵਿੱਚ ਉੱਥੋਂ ਗਿਆ। ਪੁਲਿਸ ਨੇ ਕਿਹਾ ਕਿ ਪੱਛਮ ਵੱਲ ਕਿਊਜ਼ਨਲ ਦੇ ਉਹ ਗਿਆ,
ਜਿਸ ਤੋਂ ਬਾਅਦ ਉਸ ਨੂੰ ਹੁਣ ਪੁਲਿਸ ਦੇ ਵੱਲੋਂ ਲੱਭਿਆ ਜਾ ਰਿਹਾ ਹੈ। ਜਿਸ ਦੀ ਭੈਣ ਨੇ ਵੀ ਸੰਦੇਸ਼ ਜਾਰੀ ਕੀਤਾ ਜਿਸ ਨੇ ਕਿਹਾ ਕਿ ਉਹ ਉਸ ਨੂੰ ਬਹੁਤ ਯਾਦ ਕਰਦੀ ਹੈ ਤੇ ਉਸ ਦੇ ਭਰਾ ਨੂੰ ਲੱਭਣ ਵਾਸਤੇ ਜੇਕਰ ਕਿਸੇ ਕੋਲ ਵੀ ਕੋਈ ਜਾਣਕਾਰੀ ਹੋਵੇ ਤਾਂ ਜ਼ਰੂਰ ਸਾਂਝੀ ਕੀਤੀ ਜਾਵੇ। ਜਿਸ ਸੰਬੰਧੀ ਕੋਸਮਲ RCMP ਨੇ ਨੰਬਰ ਵੀ ਜਾਰੀ ਕੀਤਾ ਹੈ ਕਿ 2509929211 ਦੇ ਉੱਤੇ ਸਿੱਧਾ ਸੰਪਰਕ ਉਹਨਾਂ ਨਾਲ ਕੀਤਾ ਜਾ ਸਕਦਾ ਹੈ ਜੇਕਰ ਕਿਸੇ ਨੇ ਵੀ ਇਸ ਵਿਅਕਤੀ ਨੂੰ ਕਿਤੇ ਦੇਖਿਆ ਹੋਵੇ। ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਲੋਕਾਂ ਦੀ ਮਦਦ ਦੇ ਵਾਸਤੇ ਹੋਰ ਜ਼ਿਆਦਾ ਉਪਰਾਲੇ ਕੀਤੇ ਜਾ ਰਹੇ ਨੇ। ਹੋਰ ਫਾਊਂਡਰੀਜ਼ ਨੂੰ ਖੋਲ੍ਹਣ ਦਾ ਐਲਾਨ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਕੀਤਾ ਹੈ, ਜਿਸ ਦੇ ਵਿੱਚ ਮਿਨਿਸਟਰ ਜੂਡੀ ਡਾਰਸੀ ਨੇ ਹੋਰ ਜ਼ਿਆਦਾ ਜਾਣਕਾਰੀ ਦਿੱਤੀ ਹੈ ਤਾਂ ਕਿ ਨੌਜਵਾਨਾਂ ਤੇ ਖਾਸ ਤੌਰ ਦੇ ਉੱਤੇ ਜੋ ਨਸ਼ੇ ਦੇ ਵਿੱਚ ਵੀ ਨੇ ਉਹਨਾਂ ਨੂੰ ਵੀ ਉਸ ਦੇ ਵਿੱਚੋਂ ਕੱਢਣ ਵਾਸਤੇ ਤੇ ਮੈਂਟਲ ਹੈਲਥ ਦੇ ਵਾਸਤੇ ਹੋਰ ਜ਼ਿਆਦਾ ਮਦਦ ਹੈ ਉਹ ਦਿੱਤੀ ਜਾ ਸਕੇ। And I have heard from so many British Columbians, including youth and young people, that the COVID-19 pandemic is having a really major impact on their mental health. Finding a summer job, going to school at home, being away from your friends, not being able to take part in social and sports activities, all of these things are having a significant toll on your mental health and well-being. And many of the things that normally bring us joy, like spending time with family and friends, like taking part in parties and birthdays, have been delayed and sometimes for a very long time. Many youth are in need of support more than ever before. And today I'm here to tell you that there is hope, that greater support for young people is coming to your community, to 8 new communities across BC. During this challenging time, we do have something to celebrate, and that brings me to why we're here today. I am thrilled to announce that 8 more locations are going to join the Foundry Network for a total of 19 foundries across BC. Yes, that's right, 19 Foundry Youth Centres across BC. ਇਸ ਨਾਲ ਹੀ ਅੱਜ ਇਸ ਬੁਲੇਟਿਨ ਵਿੱਚ ਇੰਨਾ ਹੀ। ਅੰਤ ਵਿੱਚ ਮੁੜ ਤੋਂ ਇੱਕ ਨਜ਼ਰ ਹੈਡਲਾਈਨਸ ਤੇ। WHO ਨੇ ਦਿੱਤੀ ਜਾਣਕਾਰੀ, ਕੋਵਿਡ-19 ਕਰਕੇ ਗੰਭੀਰ ਹਾਲਤ ਵਿੱਚ ਮਰੀਜ਼ਾਂ ਨੂੰ ਠੀਕ ਕਰਨ ਦੇ ਲਈ ਇੱਕ ਦਵਾਈ ਨਾਲ ਮਿਲੀ ਕਾਮਯਾਬੀ। ਇੰਗਲੈਂਡ ਨੂੰ ਦਿੱਤੀ ਵਧਾਈ, ਦੇਵਾਂਗੇ ਹੋਰ ਜਾਣਕਾਰੀ। ਕੈਨੇਡਾ ਅਮਰੀਕਾ ਬਾਰਡਰ ਬੰਦ ਕਰਨ ਲਈ 30 ਹੋਰ ਦਿਨ ਦਾ ਵਾਅਦਾ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ ਐਲਾਨ। ਆਇਲਸ ਦੇ ਲਈ ਕਈ ਦੇਸ਼ਾਂ ਵਿੱਚ ਬੰਦ ਕੀਤੇ ਗਏ ਟੈਸਟ ਮੁੜ ਖੁੱਲੇ ਤੇ ਟੈਸਟ ਦੀਆਂ ਹੋਰ ਜ਼ਿਆਦਾ ਤਰੀਕਾਂ ਦੇਣੀਆਂ ਕੀਤੀਆਂ ਗਈਆਂ ਸ਼ੁਰੂ। ਈਰਾਨ ਵਿੱਚ ਜਹਾਜ਼ ਕ੍ਰੈਸ਼ ਦੌਰਾਨ ਹੋਈਆਂ ਮੌਤਾਂ ਦਾ ਮਾਮਲਾ, ਕੈਨੇਡਾ ਵਿੱਚ ਬੈਠੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਲਾਏ ਇਲਜ਼ਾਮ। ਈਰਾਨ ਦੇ ਅਧਿਕਾਰੀਆਂ ਨੇ ਲਾਸ਼ਾਂ ਤੋਂ ਗਹਿਣੇ, ਉਹਨਾਂ ਦੇ ਪਾਸਪੋਰਟ ਤੇ ਹੋਰ ਸਮਾਨ ਲੁੱਟਿਆ। BC ਵਿੱਚ ਇੱਕ ਮਹੀਨੇ ਦੌਰਾਨ ਕੈਨੇਡੀਅਨ ਰੇਲਵੇ ਦੇ ਦੂਜੇ ਕਾਮੇ ਦੀ ਮੌਤ। ਸਰੀ ਦੇ ਸਕੂਲਾਂ ਵਿੱਚ ਚੋਰੀ ਦੇ ਵਾਪਰੇ ਕੁਝ ਦਿਨ 'ਚ 20 ਮਾਮਲੇ, ਪੁਲਿਸ ਨੇ 3 ਘਰਾਂ 'ਚੋਂ ਛਾਪੇਮਾਰੀ ਦੌਰਾਨ ਬਰਾਮਦ ਕੀਤਾ ਸਮਾਨ। ਐਬਸਫੋਰਡ ਵਿੱਚ ਮੌਕਸੀਜ਼ ਗ੍ਰਿਲ ਐਂਡ ਬਾਰ ਰੈਸਟੋਰੈਂਟ ਨੂੰ ਪੱਕੇ ਤੌਰ ਤੇ ਕੀਤਾ ਜਾ ਰਿਹਾ ਹੈ ਬੰਦ, ਦੇਵਾਂਗੇ ਇਸ ਦੇ ਉੱਤੇ ਹੋਰ ਜਾਣਕਾਰੀ। ਦਿਖਾਵਾਂਗੇ ਕੈਨੇਡਾ ਭਰ ਵਿੱਚ ਹਰ ਸੂਬੇ ਤੋਂ ਕਿੰਨੇ ਰਹਿ ਗਏ ਨੇ ਕੋਵਿਡ-19 ਦੇ ਐਕਟਿਵ ਕੇਸ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।